ਜਨ ਨਾਨਕ ਜੇਹਾ ਤੂੰ ਕਰਾਂ ਹੈ ਤੇਹਾ ਹਉ ਕਰੀ ਵਖਿਆ। ਦਰਸ਼ਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਂ ਹੈ ਤੇਹਾ ਹਉ ਕਰੀ ਵਖਿਆ। ਛਤਰ ਚਵ ਤਖਤ ਮਾਲਕ ਦਸਵੇਂ ਪਾਤਸ਼ਾਹੀਆਂ ਕੇ ਸਰੂਪ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਜੁਗ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸਭਾਈਮਾਨ ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨੋ ਫਤਿਹ ਅਰਜ ਹੈ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਮਾਂ ਪ੍ਰਾਪਤ ਹੋਇਆ ਹੈ ਗੁਰੂ ਬਾਬੇ ਜੀ ਦੇ ਗੀਤ ਗਾਉਣ ਦਾ, ਨਾਮ ਬਾਣੀ ਦੇ ਵਿਚਾਰ ਕਰਨ ਦਾ। ਗੁਰਬਾਣੀ ਸਾਨੂੰ ਤਰ੍ਹਾਂ ਤਰ੍ਹਾਂ ਦੇ ਹਵਾਲੇ ਦੇ ਕੇ ਪਰਮੇਸ਼ਵਰ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ, ਸਾਡਾ ਮਾਰਗ ਦਰਸ਼ਨ ਕਰਵਾਉਂਦੀ ਹੈ। ਜੋ ਸਾਡੇ ਜੀਵਨ ਦੇ ਅੰਦਰ ਘਟਨਾਵਾਂ ਘਟਦੀਆਂ ਹਨ, ਗੁਰੂ ਸਾਹਿਬ ਜੀ ਨੇ ਉਹਨਾਂ ਹੀ ਘਟਨਾਵਾਂ ਨੂੰ ਮੁੱਖ ਰੱਖ ਲਿਆ। ਜਿਵੇਂ ਜੀਵਨ ਦੇ ਅੰਦਰ ਇਨਸਾਨ ਜਨਮ ਲੈਂਦਾ ਹੈ, ਬਚਪਨਾ ਹੁੰਦਾ ਹੈ, ਫਿਰ ਜਵਾਨੀ ਆਉਂਦੀ, ਫਿਰ ਬੁਢੇਪਾ ਹੁੰਦਾ ਹੈ, ਫਿਰ ਅੰਤ ਹੋ ਜਾਂਦਾ ਹੈ। ਜੈਸੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਪਈਆ ਭਾਬੀ ਬੇਲ, ਚੌਥੇ ਪਿਆਰੋ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨਾਸ, ਨੌਵੇਂ ਧੌਲੇ ਉਬੇ ਸਾਹਾ, ਦਸਵੇਂ ਦੱਦਾ ਹੋਆ ਸੰਗਾ। ਗਏ ਸੰਗੀਤ ਪੁਕਾਰੀ ਧਾਰ, ਉੱਡਿਆ ਹੰਸ ਦਸਾਇਆ ਰਾਹ, ਆਇਆ ਗਿਆ ਮੋਇਆ ਨਾਮ, ਪਿੱਛੇ ਪਤਲ ਸਦਾ ਵਹਿ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਝੋਂ ਗੁਰ ਡੂਬਾ ਸੰਸਾਰ। ਫਿਰ ਅੱਗੇ 10 ਬਾਲ ਤਨ 20 ਸਰਵਣ, 30 ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ, 85 ਪਗ ਖਿਸੇ, 60 ਕੀ ਬੁਢੇ ਪਾਵੇ, 17 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾ ਸਣੀ, ਮੂਲ ਨਾ ਜਾਣੇ ਅਪ ਬਲ, ਟੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਤੂਏ ਕਾ ਤਬਲ ਹਰ। ਫਿਰ ਸਾਨੂੰ ਗੁਰੂ ਸਾਹਿਬ ਜੀ ਬਚਪਨਾ, ਜਵਾਨੀ, ਬੁਢੇਪਾ, ਫਿਰ ਅਸੀਂ ਦਿਨ ਰਾਤ ਮਹੀਨੇ, 12 ਮਾਹ ਦੇ ਵਿੱਚ 12 ਮਹੀਨੇ ਨੇ, ਫਿਰ ਪਹਿਰੇ ਹਨ, ਫਿਰ ਦਿਨ ਹਨ, ਦਿਨ ਰਾਤ ਹਨ। ਫਿਰ ਗੁਰੂ ਸਾਹਿਬ ਜੀ ਜੀਵਨ ਦੇ ਵਿੱਚ ਸਾਡੇ ਕਰਮ ਆਉਂਦੇ ਨੇ, ਕੋਈ ਨੌਕਰੀ ਕਰਦਾ ਹੈ, ਕੋਈ ਜ਼ਮੀਨ ਵਾਹੀ ਦਾ ਕੰਮ ਕਰਦਾ ਹੈ, ਕੋਈ ਵਪਾਰ ਕਰਦਾ ਹੈ। ਇਹਦੇ ਬਾਬਤ ਵੀ ਸਾਨੂੰ ਸਾਹਮਣੇ ਰੱਖ ਕੇ ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵਿੱਚ, ਖੇਤੀਬਾੜੀ ਬਾਰੇ ਵਾਸਤੇ। ਫਿਰ ਸਾਨੂੰ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਨੌਕਰੀ ਵਾਸਤੇ। ਇਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਜੀਵਨ ਦੇ ਅੰਦਰੋਂ ਉਦਾਹਰਨਾਂ ਲੈ ਕੇ ਸਾਨੂੰ ਸਮਝਾਉਂਦੇ ਨੇ, ਤਾਂ ਕਿ ਸਾਡੀ ਸਮਝ ਦੇ ਵਿੱਚ ਛੇਤੀ ਆ ਜਾਵੇ, ਸਾਡੀ ਪਕੜ ਦੇ ਵਿੱਚ ਛੇਤੀ ਆ ਜਾਏ। ਤੇ ਗੁਰੂ ਸਾਹਿਬ ਜੀ ਇੱਕ ਸ਼ਬਦ ਗੌੜੀ ਰਾਗ ਦੇ ਅੰਦਰ, ਗੌੜੀ ਗੁਆਰੇ ਦੇ ਅੰਦਰ ਪੰਚਮ ਪਾਤਸ਼ਾਹ ਜੀ ਦਾ ਬੜਾ ਸੁੰਦਰ ਬਚਨ ਹੈ। ਉਹਨਾਂ ਦਾ ਭਾਵ ਅਰਥ ਹੈ ਵੀ ਇਹ ਇਨਸਾਨ ਜਿਹੜਾ ਜਾਗਦਾ ਹੋਇਆ ਵੀ ਸੁੱਤਾ ਹੈ, ਜਾਗਦਾ ਹੋਇਆ ਵੀ ਇਹ ਸੁੱਤਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਆਉਂਦਾ ਹੈ, ਜਾਗਤ ਸੋਵਤ ਬਹੁ ਪ੍ਰਕਾਰ। ਜਾਗਣਾ ਤੇ ਸੌਣਾ ਬਹੁਤ ਪ੍ਰਕਾਰ ਦਾ ਹੈ। ਸੌਣਾ ਵੀ ਬਹੁਤ ਪ੍ਰਕਾਰ ਦਾ ਹੈ, ਜਾਗਣਾ ਵੀ ਬਹੁਤੀ ਪ੍ਰਕਾਰ ਦਾ ਹੈ। ਹੁਣ ਸੌਣਾ, ਕਈ ਵਾਰੀ ਕਿਸੇ ਨਾਲ ਤੁਸੀਂ ਗੱਲ ਕਰੋ, ਉਹ ਤੁਹਾਡੇ ਵੱਲ ਧਿਆਨ ਨਾ ਦੇਵੇ ਤੇ ਆਪਾਂ ਥੋੜ੍ਹੀ ਦੇਰ ਬਾਅਦ ਉਹਨੂੰ ਪੁੱਛੇ ਵੀ ਮੇਰੀ ਗੱਲ ਸੁਣੀ ਸੀ, ਖਿਆਲ ਕੀਤਾ? ਉਹ ਕਹਿੰਦਾ ਮੈਂ ਧਿਆਨ ਨਹੀਂ ਦਿੱਤਾ। ਸੁੱਤਾ ਸੀ ਫਿਰ ਤੂੰ? ਆਪਾਂ ਪੱਟ ਕਰ ਦਿੰਦੇ, ਧਿਆਨ ਨਹੀਂ ਦਿੱਤਾ, ਸੁੱਤਾ ਸੀ। ਤੇ ਫਿਰ ਕਈ ਵਾਰੀ ਸੌਣ ਦਾ ਅਰਥ ਅਸੀਂ ਇਹੀ ਸਮਝ ਲੈਂਦੇ ਹਾਂ ਵੀ ਇਨਸਾਨ ਸਾਰੀ ਦਿਹਾੜੀ ਕੰਮ ਕਾਰ ਕੀਤਾ, ਥੱਕਿਆ ਟੁੱਟਿਆ, ਘਰ ਆਇਆ, ਨਹਾਤਾ ਧੋਤਾ ਜਾਂ 5 ਇਸ਼ਨਾਨਾਂ ਕੀਤੀਆਂ, ਆ ਕੇ ਭੋਜਨ ਪਾਣੀ ਛਕਿਆ, ਛਕ ਕੇ ਬੈੱਡ ਦੇ ਉੱਤੇ ਚਲੇ ਗਿਆ, ਸਿਰਹਾਣੇ ਉੱਤੇ ਸਿਰ ਰੱਖਿਆ, ਲੇਟ ਗਿਆ, ਅੱਖਾਂ ਬੰਦ ਕੀਤੀਆਂ, ਨੀਂਦਰ ਆ ਗਈ। ਅਸੀਂ ਇਸ ਨੂੰ ਸੌਣਾ ਸਮਝਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਕਿ ਇਸ ਤਰ੍ਹਾਂ ਦਾ ਵੀ ਸੌਣਾ, ਤੂੰ ਖਾਂਦਾ ਪੀਂਦਾ, ਤੁਰਿਆ ਫਿਰਦਾ, ਗੱਲਾਂ ਬਾਤਾਂ ਕਰਦਾ, ਕੰਮ ਕਾਰ ਕਰਦਾ, ਪਰ ਫਿਰ ਵੀ ਸੁੱਤਾ। ਗੁਰੂ ਸਾਹਿਬ ਜੀ ਕਹਿੰਦੇ ਖਾਂਦਾ ਪੀਂਦਾ, ਤੁਰਿਆ ਫਿਰਦਾ, ਗੱਲਾਂ ਬਾਤਾਂ ਕਰਦਾ, ਸਭ ਕੁਝ ਕਰਦਾ ਹੋਇਆ ਫਿਰ ਤੂੰ ਸੁੱਤਾ ਪਿਆ। ਉਹ ਸੌਣਾ ਕਿਸ ਤਰ੍ਹਾਂ ਦਾ? ਗੁਰੂ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਫਰਮਾਉਂਦੇ ਨੇ, ਗੌੜੀ ਗਵਾਰੇ ਦੀ ਮਹੱਲਾ ਪੰਜਵਾਂ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਸਤਿਗੁਰੂ ਕਹਿੰਦੇ ਸਾਡੀਆਂ ਅੱਖਾਂ ਨੂੰ ਨੀਂਦ ਆਈ ਹੈ, ਅਸੀਂ ਜਾਗਦੇ ਕਿਵੇਂ, ਤੁਰੇ ਫਿਰਦੇ, ਖਾਂਦੇ ਪੀਂਦੇ, ਗੱਲਾਂ ਬਾਤਾਂ ਕੰਮ ਕਾਰ ਕਰਦੇ ਕਿਵੇਂ ਸੁੱਤੇ ਹਾਂ। ਨੈਣੋ ਨੀਂਦ, ਅੱਖਾਂ ਨੂੰ ਨੀਂਦ ਆਈ ਹੋਈ ਹੈ। ਅੱਖਾਂ ਨੂੰ ਕਿਹੜੀ ਨੀਂਦ ਆਈ ਹੈ? ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਵਿਕਾਰ ਵਾਲੀ ਦ੍ਰਿਸ਼ਟੀ ਨਾਲ ਵੇਖਣ ਦੀ ਨੀਂਦ ਆਈ ਹੈ। ਪਰਾਏ ਧਨ ਨੂੰ, ਪਰਾਏ ਰੂਪ ਨੂੰ, ਪਰਾਏ ਧੀ ਭੈਣ ਦੇ ਸਰੂਪ, ਅੰਮ੍ਰਿਤ ਰੂਪੀ ਸਰੂਪ ਨੂੰ, ਧੀ ਬੱਚੀ ਦੇ, ਭੈਣ ਬੱਚੀ ਦੇ ਅੰਮ੍ਰਿਤ ਸਰੂਪ ਨੂੰ ਮੰਦੀ ਨਿਗਾਹ ਦੇ ਨਾਲ, ਵਿਕਾਰ ਵਾਲੀ ਦ੍ਰਿਸ਼ਟੀ ਨਾਲ ਵੇਖਣ ਦੀ ਨੀਂਦ ਵਿੱਚ ਸੁੱਤੀ ਪਈ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਵਿਕਾਰ ਵਾਲੀ ਦ੍ਰਿਸ਼ਟੀ, ਗਲਤ ਦੇਖਣੀ ਦੇ ਵਿੱਚ ਅੱਖਾਂ ਸੁੱਤੀਆਂ ਹੋਈਆਂ ਨੇ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਵੀ ਸਾਡੇ ਸੁੱਤੇ ਨੇ, ਅਸੀਂ ਖਾਂਦੇ ਪੀਂਦੇ ਕੰਮ ਕਾਰ ਕਰਦੇ, ਗੱਲਾਂ ਬਾਤਾਂ ਕਰਦੇ ਹਾਂ, ਅੱਖਾਂ ਸੁੱਤੀਆਂ ਨੇ। ਪਰਾਇਆ ਰੂਪ, ਪਰਾਇਆ ਧਨ, ਪਰਾਈ ਔਰਤ ਨੂੰ ਵੇਖਣ ਦੀ ਮੰਦ ਦ੍ਰਿਸ਼ਟੀ ਦੇ ਨਾਲ ਵੇਖਣ ਦੀ ਨੀਂਦ ਵਿੱਚ ਸੁੱਤੀਆਂ ਨੇ। ਕੰਨ ਸੁੱਤੇ ਨੇ ਨਿੰਦਿਆ ਚੁਗਲੀ ਸੁਣਨ ਦੇ ਵਿੱਚ, ਨਿੰਦਿਆ ਚੁਗਲੀ ਸੁਣਨ ਦੇ ਵਿੱਚ। ਜੇ ਕਿਤੇ ਪਰਮੇਸ਼ਵਰ ਦਾ ਜਸ ਹੁੰਦਾ ਹੋਵੇ, ਕਥਾ ਕੀਰਤਨ ਹੁੰਦਾ ਹੋਵੇ ਤੇ ਅਸੀਂ ਬੈਠ ਨਹੀਂ ਸਕਦੇ, ਸੁਣ ਨਹੀਂ ਸਕਦੇ। ਉੱਥੇ ਬੈਠੇ ਵੀ ਅਸੀਂ ਸਤ ਸੰਗਤ ਦੇ ਵਿੱਚ ਵੇਖਦੇ ਰਹਿੰਦੇ, ਕੌਣ ਆਇਆ ਕੌਣ ਗਿਆ, ਕਿਸੇ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ, ਕਿਸ ਤਰ੍ਹਾਂ ਦੀ ਪੱਗ ਬੰਨੀ ਹੈ। ਅਸੀਂ ਉੱਥੇ ਬੈਠੇ ਵੀ ਇਹੀ ਕੁਝ ਵੇਖਦੇ ਰਹਿੰਦੇ, ਸਤ ਸੰਗਤ ਦੇ ਵਿੱਚ ਬੈਠੇ ਵੀ। ਉੱਥੇ ਬੈਠ ਕੇ ਵੀ ਅਸੀਂ ਪਰਮੇਸ਼ਵਰ ਦੇ ਗੁਣ ਉੱਥੇ ਵੀ ਨਹੀਂ ਸੁਣ ਸਕਦੇ। ਸਾਡਾ ਕੰਨ ਹੋਰ ਕੁਝ ਸੁਣਨ 'ਚ ਲੱਗਿਆ ਹੁੰਦਾ, ਕੰਨ ਸਾਡੇ ਉੱਥੇ ਬੈਠ ਕੇ ਵੀ ਨਹੀਂ ਸੁਣ ਕੇ ਰਾਜੀ, ਸਤ ਸੰਗਤ ਵਿੱਚ ਬੈਠ ਕੇ ਵੀ। ਤੇ ਹਜ਼ੂਰ ਕਹਿੰਦੇ ਨੇ ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸਾਡੇ ਸੁੱਤੇ ਨੇ ਨਿੰਦਿਆ ਚੁਗਲੀ ਸੁਣਨ ਦੇ ਵਿੱਚ। ਜੇ ਕਿਤੇ ਨਿੰਦਿਆ ਚੁਗਲੀ ਹੁੰਦੀ ਹੋਵੇ ਨਾ, ਕਿਸੇ ਦੀ ਕੋਈ ਨਿੰਦਿਆ ਕਰਦਾ ਹੋਵੇ, ਚੁਗਲੀ ਕਰਦਾ ਹੋਵੇ, ਤੇ ਅੱਗੇ ਭਾਵੇਂ ਨੁਕਸਾਨ ਹੋ ਜਾਏ ਆਪਣਾ, ਉਹਦੀ ਪਰਵਾਹ ਨਹੀਂ, ਉਹਦੀ ਗੱਲ ਨੂੰ ਬੜੀ ਦਿਲਚਸਪੀ ਨਾਲ ਸੁਣਦਾ ਹੈ ਵੀ ਕਿਤੇ ਕੋਈ ਵਿੱਚੋਂ ਲਫ਼ਜ਼ ਇੱਧਰ ਉੱਧਰ ਨਾ ਹੋ ਜਾਏ, ਧਿਆਨ ਦੇ ਕੇ ਸੁਣਦਾ।
ਤੇ ਜੇ ਕਿਤੇ ਕਥਾ ਕੀਰਤਨ ਹੁੰਦਾ ਹੋਵੇ ਤੇ ਇਹਨੂੰ ਕਥਾ ਕੀਰਤਨ ਉੱਤੋਂ ਦੀ ਲੰਘ ਜਾਂਦਾ, ਸੁਣਦਾ ਹੀ ਨਹੀਂ। ਤੇ ਹਜ਼ੂਰ ਕਹਿੰਦੇ ਨੇ ਸਰਵਣ ਸੋਏ ਸੁਣ ਨਿੰਦ ਵਿਚਾਰ, ਹਾਲੇ ਕਿ ਨਿੰਦਿਆ ਕਰਨੀ ਨਿੰਦਿਆ ਸੁਣਨੀ ਬਹੁਤ ਬੁਰੀ ਹੈ। ਨਿੰਦਿਆ ਕਰਨ ਵਾਲੇ ਨੂੰ ਵੀ ਸਤਿਗੁਰੂ ਜੀ ਨੇ ਬੜੀ ਤਾੜਨਾ ਦਿੱਤੀ ਹੈ। ਸਤਿਗੁਰੂ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾ ਨਰਕੀ ਘੋਰ ਪਵਨ। ਨਿੰਦਕ ਦੀ ਸਜ਼ਾ ਹੈ। ਤੇ ਅਸੀਂ ਨਿੰਦਿਆ ਚੁਗਲੀ ਸੁਣਨ ਦੇ ਵਿੱਚ ਸਾਡੇ ਕੰਨ ਮਸਤ ਰਹਿੰਦੇ ਨੇ, ਸੁੱਤੇ ਹੋਏ ਨੇ। ਇਸ ਨੀਂਦ ਦੇ ਵਿੱਚ, ਨਿੰਦਿਆ ਚੁਗਲੀ ਸੁਣਨ ਦੀ ਨੀਂਦ ਵਿੱਚ ਸਾਡੇ ਕੰਨ ਸੁੱਤੇ ਨੇ। ਤੇ ਹਜ਼ੂਰ ਅੱਗੇ ਕੀ ਕਹਿੰਦੇ ਨੇ, ਰਸਨਾ ਸੋਈ ਲੋਭ ਮਿੱਠੈ ਸਾਧ। ਜਿਹੜੀ ਸਾਡੀ ਜ਼ਬਾਨ ਹੈ ਨਾ, ਇਹ ਵੀ ਸੁੱਤੀ ਪਈ ਹੈ। ਇਹ ਕਾਹਦੀ ਨੀਂਦ ਵਿੱਚ ਸੁੱਤੀ ਪਈ ਹੈ? ਲੋਭ ਵਿੱਚ। ਲੋਭ ਦਾ ਮਤਲਬ ਹੁੰਦਾ ਜੀਭ ਦੇ ਚਸਕੇ, ਜ਼ਬਾਨ ਦੇ ਚਸਕੇ। ਕਦੀ ਮਿੱਠਾ ਖਾ ਲਿਆ, ਕਦੀ ਨਮਕੀਨ ਖਾ ਲਿਆ, ਕਦੀ ਪਕੌੜੇ ਖਾਧੇ, ਕਦੀ ਬਰਫੀ ਖਾਧੀ, ਕਦੇ ਫਰੂਟ ਖਾਧਾ, ਕਦੇ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ। ਇਸ ਜੀਭ ਨੇ ਸਵਾਦ ਚਖਿਆ। ਇਹ ਜੀਭ ਜਿਹੜੀ ਸਾਡੀ ਜ਼ੁਬਾਨ, ਇਹ ਵੀ ਸੁੱਤੀ ਪਈ ਹੈ। ਪਦਾਰਥਾਂ ਦੇ ਆਨੰਦ ਮਾਣਨ ਦੀ ਨੀਂਦ ਵਿੱਚ ਸੁੱਤੀ ਪਈ ਹੈ। ਪਦਾਰਥਾਂ ਦੇ ਸਵਾਦ ਮਾਣਨ ਦੀ ਨੀਂਦ ਵਿੱਚ ਸੁੱਤੀ ਪਈ ਹੈ ਸਾਡੀ ਜ਼ਬਾਨ, ਰਸਨਾ ਵੀ। ਅੱਗੇ ਹਜ਼ੂਰ ਕਹਿੰਦੇ ਨੇ, ਮਨ ਸੋਇਆ ਮਾਇਆ ਬਿਸਮਾਦ। ਸਾਡਾ ਮਨ ਮਾਇਆ ਦੇ ਬਿਸਮਾਦ ਵਿੱਚ, ਭਾਵ ਮਾਇਆ ਦੇ ਕੌਤਕ ਵੇਖਣ ਵਿੱਚ ਸੁੱਤਾ ਪਿਆ ਹੈ। ਮਾਇਆ ਦੇ ਕੌਤਕ ਕੀ ਹੈ? ਇਹ ਸਾਰਾ ਬ੍ਰਹਿਮੰਡ ਮਾਇਆ ਹੀ ਹੈ। ਇਹ ਮਾਇਆ ਦੇ ਕੌਤਕ ਕੀ ਹਨ? ਪਹਿਲ ਪੁਰਸਾ ਬਿਰਾ, ਅਥੂਨ ਪੁਰਸਾ ਦਮਰਾ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਪਹਿਲ ਪੁਰਸਾ ਬਿਰਾ, ਅਥੂਨ ਪੁਰਸਾ ਦਮਰਾ। ਪਹਿਲੇ ਪਹਿਲ ਉਸ ਪਰਮੇਸ਼ਵਰ ਆਪ ਹੀ ਸੀ, ਤੇ ਫਿਰ ਉਸਨੇ ਦੂਜਾ ਪਹਿਲ ਪੁਰਸਾ ਦੁਰਾ, ਅਥੂਨ, ਅਥੂਨ ਤੋਂ ਭਾਵ ਦੂਜਾ, ਅਥੂਨ ਪੁਰਸਾ ਦਮਰਾ। ਪਰਮੇਸ਼ਵਰ ਨੇ ਫਿਰ ਦਮੜਾ, ਨਿਹੰਗ ਸਿੰਘ ਮਾਇਆ ਨੂੰ ਦਮੜਾ ਕਹਿੰਦੇ ਨੇ। ਉਹਨੇ ਮਾਇਆ ਰਚ ਦਿੱਤੀ, ਭਾਵ ਸੰਸਾਰ ਰਚ ਦਿੱਤਾ ਪਰਮੇਸ਼ਵਰ ਨੇ। ਇਹ ਸਾਰਾ ਨਿਰੰਕਾਰ ਦੀ ਰਚਨਾ ਹੈ। ਕੀਤਾ ਪਾਸਾਓ ਇੱਕੋ ਕਵਾਓ। ਇੱਕ ਕਵਾਓ ਦੇ ਨਾਲ, ਇੱਕ ਬਚਨ ਦੇ ਨਾਲ ਸਾਰੀ ਸ੍ਰਿਸ਼ਟੀ ਰਚ ਦਿੱਤੀ ਪਰਮੇਸ਼ਵਰ ਨੇ। ਆਪਣੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਨੇ ਮਾਇਆ ਪੈਦਾ ਕਰ ਦਿੱਤੀ। ਤੇ ਹਜ਼ੂਰ ਬਾਣੀ ਦੇ ਅੰਦਰ ਕਹਿੰਦੇ ਨੇ ਵੀ ਉਸ ਪਰਮੇਸ਼ਵਰ ਨੇ ਆਪਣੀ ਸਵੈ ਇੱਛਾ ਅਨੁਸਾਰ ਅੰਦਰ ਫੁਰਨਾ ਫੁਰਿਆ ਤੇ ਮਾਇਆ ਪੈਦਾ ਹੋ ਗਈ। ਪਹਿਲ ਪੁਰਸਾ ਬਿਰਾ, ਅਥੂਨ ਪੁਰਸਾ ਦਮਰਾ। ਬਿਰਾ ਬਾਣੀ ਨੂੰ ਵੀ ਕਹਿੰਦੇ ਨੇ। ਤੇ ਉਸਨੇ ਪਰਮੇਸ਼ਵਰ ਨੇ ਬਾਣੀ ਦੁਆਰਾ, ਆਪਣੇ ਫੁਰਨੇ ਦੁਆਰਾ ਸ੍ਰਿਸ਼ਟੀ ਰਚ ਦਿੱਤੀ। ਉਹਨੇ ਇੱਕ ਬਚਨ ਦੁਆਰਾ ਸ੍ਰਿਸ਼ਟੀ ਰਚ ਦਿੱਤੀ। ਕੁਰਾਨ ਦੀ ਵੀ ਇੱਕ ਆਇਤ ਆਉਂਦੀ ਹੈ, ਆਇਤ ਕੁਰਾਨ, ਪਵਿੱਤਰ ਕੁਰਾਨ ਦੀ ਆਇਤ। ਉਹਦੇ 'ਚ ਕੀ ਲਿਖਿਆ ਹੈ? ਉਹ ਕਹਿੰਦੇ, ਯਾ ਹੰਸੋ ਆਬਾਧੂ ਰੱਭਾ ਕੁਲ ਲਗੀ। ਉਹ ਕਹਿੰਦੇ, ਯਾ ਹੰਸੋ, ਐ ਬੰਦੇ ਮਨੁੱਖ ਬਣ, ਬੰਦਾ ਬਣ। ਤੇ ਅੱਗੋਂ ਸਵਾਲ ਹੋਇਆ, ਬੰਦਾ ਬਣਾ ਤੇ ਕੀ ਕਰਾਂ? ਆਬਾਧੂ, ਇਬਾਦਤ ਕਰ, ਬੰਦਗੀ ਕਰ। ਪੁੱਛਣ ਵਾਲਾ ਕਹਿੰਦਾ, ਕਿਹਦੀ ਇਬਾਦਤ ਕਰਾਂ? ਰੱਬਾ, ਰੱਬ ਅਰਬੀ ਫਾਰਸੀ ਦਾ ਲਫ਼ਜ਼ ਹੈ, ਪੰਜਾਬੀ ਦਾ ਨਹੀਂ, ਅਰਬੀ ਦਾ ਹੈ। ਰੱਬਾ, ਰੱਬ ਦੀ ਇਬਾਦਤ ਕਰ। ਕਿਹੜੇ ਰੱਬ ਦੀ ਇਬਾਦਤ ਕਰਾਂ? ਕੁਲ ਲਗੀ, ਕੁਲ ਲਗੀ। ਲਗੀ ਤੋਂ ਭਾਵ ਬਚਨ, ਕੁਲ ਤੋਂ ਭਾਵ ਇੱਕ।
जिस दे एक बचन दे नाल सारा ब्रह्मंड बन गया, उस अल्लाह ताला खुदा दी बंदगी कर। यह परमेश्वर दी रचना है, माया रची है परमेश्वर ने। ते सतगुरु जी कहते ने मन सोया माया बिस्माद। ये मन, ये सारा ब्रह्मंड माया ही है। पुत्र धीआं भैन भाई इस्त्री जो कुछ वेख रहे हाँ माया ही माया है। माया का ही सारा ब्रह्मंड रचा होया है परमेश्वर ने। मन सोया माया बिस्माद। माया की बिस्मादता की है? किते सफर ते जांदा है, किते वेखदा पहाड़ ने, किते वेखदा जंगल ने, किते वेखदा नदियां नाले ने, किते वेखदा टिब्बे ने, किते वेखदा बिल्कुल सुक्की जगह, किते वेखदा हरियावल है। शहरां दे विच वेखदा बड़े बड़े तरह तरह दी चीज़ां वेखदा, फ्रूट वेखदा, बहुत कुछ वेखदा, बहुत प्रकार की सृष्टि वेखदा, जीव जंतु वेखदा। ये सब माया के कौतक ही हैं, माया के नज़ारे ही हैं। तां ते हजूर कहंदे मन सोया माया बिस्माद। मन भी सुता है माया की बिस्मादता के अंदर, माया की आश्चर्यता के अंदर, माया के कौतुकों के अंदर मन सुता पिया है। तो हजूर इस शब्द की रहाओ वाली पंक्ति अगे आ रही है, जिस सेंटर अपना जो हुंदा इहदा सेंट्रल एरियल का भावार्थ हुंदा वो इस पंक्ति के अंदर हुंदा है, समुचा भावार्थ। तो अगली पंक्ति हजूर कहते हैं इस ग्रह में कोई जागत रहे, साबत वस्तु अपनी लह। इस ग्रह में, ग्रह तो भाव शरीर हुंदा है, ग्रह तो भाव संसार भी है, ब्रह्मांड भी है। ग्रह तो भाव शरीर भी है, ग्रह तो भाव हिरदा भी है। ग्रह के घर के बहुत अर्थ ने। इस ग्रह में कोई जागत रहे, इस हिरदे रूपी शरीर रूपी घर दे विच जे कोई जागदा रवे ना, अवेयर होया रवे, साबत वस्त ओह अपनी लहै। जो इसदा आत्मिक जीवन है इसनूं पूरा मिल सकता है। नाम दी दात और जो स्वासां दी पूंजी है ना, वो साबत सफल हो सकती है जे इंसान अपने शरीर रूपी अंदर इहदे इंद्रे जागदे रहन। इस ग्रह में कोई जागत रहे, साबत वस्तु अपनी लहै। असली जीवन आत्मिक जीवन है। जदों आत्मिक जीवन मुक जाता है, जगत गुरु बाबा जी कहते आखां जीवां विसरै मर जाऊं। जदों मैं तेनों आखदा भाव तेनों मैं याद के अंदर रखदा, उदों मैं अपने आप को जिउंदा दे समान समझदा है। तो जदों मैं तेनों भुल जाना, विसर जाना, तो मैं समझदा मेरी मौत हो गई। आत्मिक जीवन ही जीवन है। जे असी आत्मिक जीवन गवा लिया तो साडे जीवन की पूंजी लुटी गई, खत्म हो गई। साडे शरीर के अंदर जिहड़े इंद्रे ने उन्होंने जागना सी, वो सुते पे ने। नैन जिहड़े अखां ने वो पर दृष्ट विकार वाली दृष्टि की नींद में सुते ने। ते नैना ने वेखना की सी, अखां ने वेखना की सी, अखां दी जागरता की सी। अखां वेखदियां ए मन मेरिया तू सदा रहो हर नाले, हर नाल रहो तू मन मेरे। दुख सब विसारना, अंगीकार ओह करे तेरा कार्य सब सवारना। सबना गल्लां समरथ स्वामी सो क्यों मनो विसारे। कह नानक मन मेरे सदा रहो हर नाले। उस परमेश्वर नूं अपने नाल वेखना सी तां कि संसार दी तस्वीर सही दिस सके। जदों साडियां अखां वेखणगियां ना, घट घट मैं हर जू बस है। संतन केहो पुकार, जल थल बन पर्वत पाताल, परमेश्वर तै बसै दयाल।
ਜਦੋਂ ਸਾਡੀਆਂ ਅੱਖਾਂ ਇਹ ਵੇਖਣਗੀਆਂ ਵੀ ਹਰ ਇੱਕ ਜਗ੍ਹਾ ਹਰ ਇੱਕ ਜੀਵ ਦੇ ਅੰਦਰ ਉਹ ਪਰਮੇਸ਼ਵਰ ਵਸ ਰਿਹਾ ਹੈ। ਸਭੇ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੂੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਜਦੋਂ ਸਾਡੀਆਂ ਅੱਖਾਂ ਇਹ ਵੇਖ ਲੈਣਗੀਆਂ ਘਟ ਘਟ ਦੇ ਵਿੱਚ ਪਰਮੇਸ਼ਵਰ ਸਮਾ ਰਿਹਾ, ਇਹ ਸਾਰਾ ਬ੍ਰਹਿਮੰਡ ਉਸ ਦਾ ਹੀ ਰੂਪ ਹੈ। ਆਪੀ ਨੇ ਆਪ ਸਾਜੋ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕਹਿ ਕਰ ਆਸਣ ਡਿਠੋ ਚਾਓ। ਉਹ ਪਰਮੇਸ਼ਵਰ ਆਪਣੀ ਹੀ ਕੁਦਰਤ ਨੂੰ ਸਾਜ ਕੇ ਆਪ ਹੀ ਆਪਣੀ ਕੁਦਰਤ ਦੇ ਵਿੱਚ ਬੈਠਾ ਹੈ। ਆਪ ਹੀ ਜਿਵੇਂ ਇੱਕ ਬੀਜ ਜਿਹੜਾ ਧਰਤੀ ਵਿੱਚ ਬੀਜ ਦਿਓ, ਉਹ ਪੈਦਾ ਹੁੰਦਾ, ਅੰਕੁਰ ਹੁੰਦਾ, ਬੂਟਾ ਬਣਦਾ, ਦਰਖਤ ਬਣਦਾ, ਡਾਲੀਆਂ ਨਿਕਲਦੀਆਂ ਨੇ, ਪੱਤੇ ਨਿਕਲਦੇ ਨੇ, ਫੁੱਲ ਨਿਕਲਦੇ ਨੇ, ਫਲ ਨਿਕਲਦੇ ਨੇ। ਫਲ ਦੇ ਵਿੱਚ ਫਿਰ ਉਹਦੇ ਆਪਣੇ ਆਪ ਉਹੀ ਬੀਜ ਹੁੰਦਾ। ਇਸੇ ਤਰ੍ਹਾਂ ਪਰਮੇਸ਼ਵਰ ਜਿਹੜਾ ਹੈ ਉਹ ਨਿਰੰਕਾਰ ਆਪ ਹੀ ਬ੍ਰਹਮ ਪਰਮੇਸ਼ਵਰ ਬ੍ਰਹਿਮੰਡ ਬਣ ਗਿਆ। ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ ਨਾ ਪਰਮੇਸ਼ਵਰ ਨੂੰ, ਉਹ ਫੈਲ ਕੇ ਬ੍ਰਹਿਮੰਡ ਬਣ ਗਿਆ। ਅੱਖਾਂ ਨੇ ਸਾਡੀਆਂ ਨੇ ਇਹ ਵੇਖਣਾ ਸੀ, ਨੈਣਾਂ ਨੇ ਸਾਡਿਆਂ ਨੇ ਇਹ ਵੇਖਣਾ ਸੀ ਵੀ ਚਾਰ ਚੁਫੇਰੇ ਰੱਬ ਹੀ ਵਸ ਰਿਹਾ। ਹਰ ਇੱਕ ਸਰੀਰ ਦੇ ਅੰਦਰ, ਹਰ ਇੱਕ ਆਤਮਾ ਦੇ ਅੰਦਰ, ਕੀੜੇ ਮਕੌੜੇ ਦੇ ਅੰਦਰ ਰੱਬ ਹੀ ਵਸ ਰਿਹਾ। ਇਹ ਸਾਡੀਆਂ ਅੱਖਾਂ ਨੇ ਵੇਖਣਾ ਸੀ, ਪਰ ਅੱਖਾਂ ਤੇ ਬੁਰੀ ਦ੍ਰਿਸ਼ਟੀ ਨਾਲ ਵੇਖਣ ਦੀ ਨੀਂਦ ਵਿੱਚ ਸੁੱਤੀਆਂ ਨੇ। ਸਰਵਣਾ ਨੇ ਸੁਣਨਾ ਸੀ ਨਿਰੰਕਾਰ ਦਾ ਜਸ, ਕਥਾ ਤੇ ਕੀਰਤਨ। ਇਹ ਸਾਨੂੰ ਜਾਗਣਾ ਇਹ ਸੀ ਕੰਨਾਂ ਦਾ, ਪਰ ਕੰਨ ਸੌਂ ਗਏ ਨਿੰਦਿਆ ਚੁਗਲੀ ਦੀ ਨੀਂਦ ਸੁਣ। ਨਿੰਦਿਆ ਚੁਗਲੀ ਸੁਣ ਦੀ ਨੀਂਦ ਵਿੱਚ ਕੰਨ ਸੌਂ ਗਏ ਸਾਡੇ। ਰਸਨਾ ਜ਼ਬਾਨ, ਸਾਡੀ ਜ਼ਬਾਨ ਸੌਂ ਗਈ ਪਦਾਰਥਾਂ ਦੇ ਸਵਾਦ ਮਾਣਨ ਦੀ ਨੀਂਦ ਵਿੱਚ। ਸਾਡੀ ਜ਼ਬਾਨ ਸੌਂ ਗਈ ਊਲ ਜਲੂਲ ਬੋਲਣ ਦੀ ਨੀਂਦ ਵਿੱਚ, ਬਕਵਾਸ ਕਰਨ ਦੀ ਨੀਂਦ ਵਿੱਚ ਸੌਂ ਗਈ, ਪਦਾਰਥਾਂ ਦੇ ਸਵਾਦ ਮਾਣਨ ਦੀ ਨੀਂਦ ਵਿੱਚ ਸੌਂ ਗਈ। ਪਰ ਜ਼ਬਾਨ ਦਾ ਕੰਮ ਕੀ ਸੀ? ਜਾਗਣਾ ਕੀ ਸੀ? ਇਸ ਜ਼ਬਾਨ ਦੇ ਨਾਲ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਕੰਮ ਸੀ ਜ਼ਬਾਨ ਦਾ, ਪਰਮੇਸ਼ਵਰ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਨਾਮ ਨਾਲ ਜੁੜਨਾ। ਜ਼ਬਾਨ ਦਾ ਜਾਗਣਾ ਇਹ ਸੀ। ਅੱਗੇ ਹਜ਼ੂਰ ਕਹਿੰਦੇ ਮਨ ਸੋਇਆ ਮਾਇਆ ਬਿਸਮਾਦ। ਮਨ ਸਾਡਾ ਸੌਂ ਗਿਆ ਮਾਇਆ ਦੀ ਬਿਸਮਾਦਤਾ ਦੇ ਅੰਦਰ, ਮਾਇਆ ਦੇ ਕੌਤੁਕ ਵੇਖਣ ਦੀ ਨੀਂਦ ਵਿੱਚ। ਮਨ ਤੇ ਸਾਡਾ ਇਸ ਨੀਂਦਰ 'ਚ ਸੌਂ ਗਿਆ। ਮਨ ਨੂੰ ਨੀਂਦਰ ਆ ਗਈ ਵੀ ਪਰਮੇਸ਼ਵਰ ਨੇ ਜੋ ਰਚਨਾ ਰਚੀ ਹੈ, ਉਹਨਾਂ ਰਚਨਾ ਨੂੰ ਵੇਖਣ ਦੀ ਨੀਂਦ ਵਿੱਚ, ਰੰਗ ਤਮਾਸ਼ੇ ਵੇਖਣ ਦੀ ਨੀਂਦ ਵਿੱਚ ਸੌਂ ਗਿਆ। ਇਹਨਾਂ ਅੱਖਾਂ ਨਾਲ, ਇਹਨਾਂ ਨੇ ਮਨ ਨਾਲ ਪਰਮੇਸ਼ਵਰ ਨੂੰ ਯਾਦ ਕਰਨਾ ਸੀ। ਮਨ ਨਾਲ ਹੀ ਯਾਦ ਕੀਤਾ ਜਾਵੇ ਤੇ ਪਰਮੇਸ਼ਵਰ ਯਾਦ ਹੋ ਸਕਦਾ ਹੈ। ਜੇ ਮਨ ਦੇ ਅੰਦਰ ਫੁਰਨੇ ਉੱਠਦੇ ਰਹਿਣ, ਮਨ ਕੌਤਕ ਵੇਖਦਾ ਰਵੇ, ਅਸੀਂ ਮੰਜੇ ਤੇ ਲੇਟੇ ਵੀ, ਬੈੱਡ ਤੇ ਲੇਟੇ ਵੀ ਕਈ ਕੁਝ ਵੇਖਦੇ ਰਹਿੰਦੇ ਹਾਂ। ਸਾਡੀ ਜਿਹੜੀ ਮਨ ਦੀ ਦ੍ਰਿਸ਼ਟੀ ਦੇ ਵਿੱਚ ਅਸੀਂ ਕਈ ਕੌਤਕ ਵੇਖਦੇ ਰਹਿੰਦੇ ਹਾਂ। ਮਨ ਵੇਖਦਾ ਰਹਿੰਦਾ, ਮਨ ਵੀ ਫੁਰਨਿਆਂ ਦੇ ਵਿੱਚ ਤੁਰਿਆ ਰਹਿੰਦਾ। ਇਹਨਾਂ ਫੁਰਨਿਆਂ ਤੋਂ ਰਹਿਤ ਹੋ ਕੇ, ਇਹਨਾਂ ਫੁਰਨਿਆਂ ਦੀ ਨੀਂਦ ਵਿੱਚ ਸੁੱਤਾ ਮਨ, ਇਹ ਮਨ ਜਿਹੜਾ ਰੰਗ ਤਮਾਸ਼ਿਆਂ ਦੀ ਨੀਂਦ ਵਿੱਚ ਸੁੱਤਾ ਹੋਇਆ ਮਨ, ਇਹਨੇ ਜਾਗਣਾ ਸੀ, ਪਰਮੇਸ਼ਵਰ ਦੀ ਸੰਭਾਲ ਕਰਨੀ ਸੀ, ਨਾਮ ਬਾਣੀ ਦੀ ਸੰਭਾਲ ਕਰਨੀ ਸੀ। ਇਸ ਮਨ ਨੇ, ਇਸ ਮਨ ਨੇ ਵਾਹਿਗੁਰੂ ਨਾਲ ਜੁੜਨਾ ਸੀ। ਇਹ ਮਨ ਵੀ ਨੀਂਦ ਵਿੱਚ ਸੁੱਤਾ ਹੈ। ਤੇ ਹਜ਼ੂਰ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ। ਇਸ ਸਰੀਰ ਰੂਪ ਘਰ ਦੇ ਅੰਦਰ ਕੋਈ ਸਾਡੇ ਇੰਦਰੀਆਂ ਜਾਗਦੀਆਂ ਰਹਿਣ, ਅੱਖਾਂ ਹੀ ਜਾਗਣ, ਕੰਨ ਹੀ ਜਾਗਣ, ਜ਼ਬਾਨ ਹੀ ਜਾਗੇ, ਮਨ ਹੀ ਜਾਗ ਪਵੇ। ਤੇ ਜੇ ਇਹਨਾਂ ਦੇ ਵਿੱਚੋਂ ਕੋਈ ਚੀਜ਼ ਵੀ ਜਾਗ ਪਵੇ ਤੇ ਅਸੀਂ ਆਪਣਾ ਅਮਲੀ ਜੀਵਨ ਸੰਭਾਲ ਸਕਦੇ ਹਾਂ।
ਜਿਹੜੀ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਸੀ ਨਾ, ਉਹ ਸਾਨੂੰ ਸਾਬਤ ਪੂਰੀ ਦੀ ਪੂਰੀ ਮੰਨਣ ਨੂੰ ਮਿਲ ਸਕਦੀ ਹੈ। ਜਦੋਂ ਅਸੀਂ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ ਨਾ, ਉਹ ਜਿੰਨੇ ਸਵਾਸ ਅਸੀਂ ਭੁੱਲ ਕੇ ਬਤੀਤ ਕਰਦੇ ਹਾਂ ਕਿਸੇ ਲੇਖੇ 'ਚ ਨਹੀਂ, ਉਹ ਕਿਸੇ ਗਿਣਤੀ 'ਚ ਨਹੀਂ ਹੈਗੇ। ਉਹ ਤੇ ਪਸ਼ੂ ਪੰਛੀ ਵੀ ਬਤੀਤ ਕਰਦੇ ਨੇ ਸਵਾਸ, ਇਸੇ ਤਰ੍ਹਾਂ ਅਸੀਂ ਕਰ ਲੈ ਭੁੱਲ ਕੇ। ਸਵਾਸ ਉਹੀ ਸਫਲੇ ਨੇ ਜੋ ਦੇ ਪਰਮੇਸ਼ਵਰ ਦੇ ਨਾਲ ਜੁੜ ਕੇ ਬਤੀਤ। ਸਾਈ ਘੜੀ ਸੁਲੱਖਣੀ ਸ਼ਾਹ ਨਾਲ ਵਿਹਾਵੈ, ਜਿਹੜੀ ਪਰਮੇਸ਼ਵਰ ਦੇ ਨਾਲ, ਜਿੱਦਾਂ ਬਾਬਾ ਨਾਨਕ ਜੀ ਨੇ ਕਿਹਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਉਹੀ ਜੀਵਨ ਸਾਡਾ ਹੈ। ਜਿਸ ਜੀਵਨ ਦੇ ਅੰਦਰ ਅਸੀਂ ਪਰਮੇਸ਼ਵਰ ਨੂੰ ਆਖ ਲਿਆ, ਸਮਝ ਲਿਆ, ਮਨ ਅੰਦਰ ਵਸਾ ਲਿਆ, ਉਹੀ ਸਾਡਾ ਜੀਵਨ ਹੈ। ਬਾਕੀ ਤੇ ਭੁੱਲ ਕੇ ਸਾਡਾ ਕੁਝ ਨਹੀਂ, ਉਹ ਤੇ ਖਤਮ ਹੈ। ਤੇ ਹਜ਼ੂਰ ਕਹਿੰਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਜੇ ਕੋਈ ਇਸ ਸਰੀਰ ਰੂਪੀ ਹਿਰਦੇ ਰੂਪੀ ਘਰ ਵਿੱਚ ਜਾਗਦਾ ਰਵੇ ਤੇ ਫਿਰ ਸਾਬਤ ਸਾਰੀ ਪੂੰਜੀ ਇਹਨੂੰ ਮਿਲ ਸਕਦੀ, ਸਫਲ ਜੀਵਨ ਬਣਾ ਕੇ ਸੰਸਾਰ ਤੋਂ ਜਾ ਸਕਦਾ ਹੈ। ਤੇ ਅੱਗੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ, ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਹੇਲੀ, ਸਗਲ ਸਹੇਲੀ ਆਪਣਾ ਰਸ ਮਾਤੀ। ਇਸ ਸਰੀਰ ਦੇ ਜਿਹੜੇ ਇੰਦਰੇ ਨੇ, ਇਹ ਇੰਦਰੇ ਸਹੇਲੀਆਂ ਨੇ, ਅੱਖਾਂ, ਕੰਨ, ਜ਼ਬਾਨ, ਇਹ ਸਾਰੀਆਂ ਇੰਦਰੀਆਂ ਇਹ ਸਰੀਰ ਦੇ ਸਹੇਲੇ ਨੇ। ਸਗਲ ਸਹੇਲੀ, ਇਹ ਸਾਰੀਆਂ ਆਪਣੇ ਰਸ ਮਾਤੀ, ਰਸਾਂ, ਅੱਖਾਂ ਆਪਣੇ ਰਸ ਵਿੱਚ ਰੰਗੀਆਂ ਮਸਤ ਹੋਈਆਂ ਨੇ, ਕੰਨ ਆਪਣੇ ਰਸ ਵਿੱਚ ਮਸਤ ਹੋਏ ਨੇ, ਜ਼ਬਾਨ ਆਪਣੇ ਰਸ ਵਿੱਚ ਮਸਤ ਹੋਈ ਹੈ, ਮਨ ਆਪਣੇ ਰਸਾਂ ਵਿੱਚ ਮਸਤ ਹੋਇਆ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਇਸ ਗ੍ਰਹਿ, ਇਸ ਸਰੀਰ, ਇਸ ਘਰ, ਇਸ ਆਤਮਾ ਦੀ ਖਬਰ ਹੀ ਨਹੀਂ, ਇਸ ਨੇ ਪੁੱਛੀ, ਜਾਣਿਆ ਹੀ ਨਹੀਂ, ਸੋਚਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਧਿਆਨ ਹੀ ਨਹੀਂ ਦਿੱਤਾ। ਤੇ ਅੱਗੇ ਹਜ਼ੂਰ ਕਹਿੰਦੇ, ਜਦੋਂ ਇਸ ਨੇ ਧਿਆਨ ਹੀ ਨਹੀਂ ਦਿੱਤਾ, ਆਪਣੇ ਘਰ ਦਾ ਇਹਨੇ ਖਿਆਲ ਹੀ ਨਹੀਂ ਕੀਤਾ। ਜਿਹੜਾ ਆਪਣੇ ਘਰ ਦਾ ਖਿਆਲ ਨਾ ਕਰੇ ਨਾ, ਉਹਦਾ ਘਰ ਅੱਜ ਵੀ ਲੁੱਟਿਆ ਤੇ ਕੱਲ੍ਹ ਵੀ ਲੁੱਟਿਆ। ਹੁਣ ਜੇ ਘਰ ਖੁੱਲ੍ਹਾ ਹੀ ਛੱਡ ਕੇ ਬਾਹਰ ਚਲੇ ਜਾਏ ਤੇ ਸਾਰੀ ਦਿਹਾੜੀ ਮੁੜੇ ਨਾ, ਤੇ ਚੋਰਾਂ ਨੂੰ ਤੇ ਚੋਰੀ ਕਰਨ ਦਾ ਟਾਈਮ ਲੱਭੇ ਹੀ ਜਾਣਾ। ਜੇ ਘਰ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਸੌਂ ਰਵੇ, ਚੋਰਾਂ ਨੇ ਤੇ ਲੁੱਟ ਕੇ ਲੈ ਜਾਣਾ ਹੀ ਲੈ ਜਾਣਾ। ਲੁੱਟਣ ਵਾਲੇ ਨੂੰ ਤੇ ਚਾਹੀਦਾ ਵੀ ਘਰ ਦੇ ਅੰਦਰ ਕੋਈ ਨਾ ਹੋਵੇ, ਤੇ ਇਸ ਸਰੀਰ ਰੂਪੀ ਹਿਰਦੇ ਰੂਪੀ ਅੰਦਰ ਦੇ ਵਿੱਚ ਕੋਈ ਘਰ ਨਾ ਹੋਵੇ। ਹਿਰਦੇ ਦੇ ਵਿੱਚ ਨਾ ਅੱਖਾਂ ਹੋਣ, ਨਾ ਕੰਨ ਹੋਣ, ਨਾ ਜ਼ਬਾਨ ਹੋਵੇ, ਨਾ ਹੀ ਮਨ ਹੋਵੇ, ਤੇ ਫਿਰ ਸਰੀਰ ਨੇ ਤੇ ਲੁੱਟੇ ਹੀ ਜਾਣਾ। ਹਜ਼ੂਰ ਕੀ ਕਹਿੰਦੇ ਨੇ? ਹਜ਼ੂਰ ਕਹਿੰਦੇ, ਮੁਸਨਹਾਰ ਪੰਚ ਬਟਵਾਰੇ। ਬਟਵਾਰਾ ਕਹਿੰਦੇ ਨੇ ਚੋਰ ਨੂੰ। ਇਸ ਸਰੀਰ ਰੂਪੀ ਘਰ ਨੂੰ, ਆਤਮਾ ਰੂਪੀ ਘਰ ਨੂੰ ਮੁਸਨਹਾਰ, ਲੁੱਟਣ ਵਾਲੇ ਪੰਜ ਬਟਵਾਰੇ, ਪੰਜ ਚੋਰ ਹਨ। ਸੁੰਨੇ ਨਗਰ ਪਰੇ ਠੱਗ ਹਾਰੇ। ਇਹ ਸਾਡੇ ਸਰੀਰ ਰੂਪੀ ਨਗਰ, ਇਸ ਸਰੀਰ ਨੂੰ ਨਗਰ ਵੀ ਕਿਹਾ, ਘਰ ਵੀ ਕਿਹਾ, ਮਡੋਲੀ ਵੀ ਕਹੀ ਹੈ, ਕਾਇਆ ਵੀ ਕਿਹਾ ਹੈ, ਗਾਗਰ ਵੀ ਕਹੀ ਹੈ, ਬਹੁਤ ਕੁਝ ਇਸ ਨੂੰ ਕਿਹਾ ਗਿਆ, ਕਈ ਬਚਨਾਂ ਦੇ ਨਾਲ ਸੰਬੋਧਨ ਕੀਤਾ ਹੈ। ਤੋ ਹਜ਼ੂਰ ਕਹਿੰਦੇ ਨੇ, ਸੁੰਨੇ ਨਗਰ ਪਰੇ ਠੱਗ ਹਾਰੇ, ਮੁਸਨਹਾਰ ਪੰਜ ਬਟਵਾਰੇ। ਮੁਸਨ ਵਾਲੇ, ਲੁੱਟਣ ਵਾਲੇ ਪੰਜ ਚੋਰ ਨੇ। ਇਹ ਸਰੀਰ ਸੁੰਨਾ ਪਿਆ, ਨਾ ਅੱਖਾਂ ਘਰ ਦੇ ਅੰਦਰ ਨੇ, ਨਾ ਕੰਨ ਘਰ ਦੇ ਅੰਦਰ ਹੈ, ਨਾ ਜ਼ਬਾਨ ਘਰ ਦੇ ਅੰਦਰ ਹੈ, ਨਾ ਹੀ ਮਨ ਘਰ ਦੇ ਅੰਦਰ ਹੈ। ਇਹ ਘਰ ਸੁੰਨਾ ਪਿਆ ਤੇ ਲੁੱਟਣ ਵਾਲੇ ਪੰਜ ਚੋਰ, ਜਿਹਨਾਂ ਨੂੰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਹਿੰਦੇ ਹਾਂ, ਉਹ ਲੁੱਟੀ ਜਾਂਦੇ ਨੇ। ਸੁੰਨੇ ਨਗਰ ਪਰੇ ਠੱਗ ਹਾਰੇ।
ਸਰੀਰ ਰੂਪੀ ਨਗਰ ਸੁੰਨਾ ਪਿਆ, ਇਹਦਾ ਕੋਈ ਰਖਵਾਲਾ ਨਹੀਂ। ਉਹ ਜਿਹੜੇ ਚੋਰ ਨੇ ਨਾ, ਉਹ ਠੱਗ ਜਿਹੜੇ ਨੇ, ਉਹ ਇਸ ਸਰੀਰ ਨੂੰ, ਆਤਮਾ ਨੂੰ ਠੱਗ ਠੱਗ ਕੇ, ਲੁੱਟ ਲੁੱਟ ਕੇ ਹਾਰ ਗਏ। ਅੱਖਾਂ ਜਿਹੜੀਆਂ ਸੀ ਬ੍ਰਹਿਮੰਡ ਦੇ ਤਮਾਸ਼ੇ ਵੇਖ ਵੇਖ ਹਾਰ ਗਈਆਂ। ਕੰਨ ਮਾੜੀਆਂ ਚੰਗੀਆਂ ਗੱਲਾਂ ਸੁਣ ਸੁਣ ਕੇ ਹਾਰ ਗਏ। ਜ਼ਬਾਨ ਬਕਵਾਸ ਕਰਦੀ ਹਾਰ ਗਈ। ਮਨ ਰੰਗ ਤਮਾਸ਼ੇ ਵੇਖਦਾ ਹਾਰ ਗਿਆ। ਇਹ ਸਰੀਰ ਲੁੱਟਿਆ ਗਿਆ। ਉਹ ਠੱਗ ਵੀ ਹਾਰ ਗਏ ਲੁੱਟ ਲੁੱਟ ਕੇ। ਜਦੋਂ ਘਰ ਦੇ ਅੰਦਰ ਕੋਈ ਹੈ ਹੀ ਨਹੀਂ ਤੇ ਚੋਰਾਂ ਨੇ ਤੇ ਘਰ ਦਾ ਸਫਾਇਆ ਕਰਨਾ ਹੀ ਹੈ ਨਾ ਫਿਰ। ਤੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ, ਮੁਸਨਹਾਰ ਪੰਜ ਬਟਵਾਰੇ, ਲੁੱਟਣ ਵਾਲੇ ਪੰਜ ਚੋਰ ਨੇ। ਇਸ ਘਰ ਨੂੰ, ਇਸ ਆਤਮਾ ਨੂੰ ਲੁੱਟ ਲੁੱਟ ਕੇ ਸਾਰਾ ਜੀਵਨ ਉਹ ਲੁੱਟਣ ਵਾਲੇ ਹਾਰ ਗਏ। ਪਰ ਇਹ ਘਰ ਵਾਲੀ ਆਤਮਾ, ਘਰ ਵਾਲਾ ਜਿਹੜਾ ਅੰਦਰ ਬੈਠਾ, ਇਹ ਅਵੇਅਰ ਹੋਇਆ ਹੀ ਨਹੀਂ, ਜਾਗਿਆ ਹੀ ਨਹੀਂ। ਇਹਨੇ ਸਾਰਾ ਹੀ ਜੀਵਨ ਲੁਟਾ ਦਿੱਤਾ। ਤੋ ਹਜ਼ੂਰ ਪਾਤਸ਼ਾਹ ਜੀ ਕੀ ਕਹਿੰਦੇ ਨੇ? ਕਹਿੰਦੇ ਨੇ, ਉਨ ਤੇ ਰਾਖੇ ਬਾਪ ਨ ਮਾਈ, ਉਨ ਤੇ ਰਾਖੈ ਮੀਤ ਨ ਭਾਈ। ਇਹ ਚੋਰ ਐਸੇ ਨੇ, ਠੱਗ ਐਸੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹਨਾਂ ਦੇ ਕੋਲੋਂ ਬਾਪ ਨਾ ਮਾਂ, ਨਾ ਮਾਂ ਨਾ ਪਿਓ, ਇਹ ਵੀ ਨਹੀਂ ਬਚਾ ਸਕਦੇ। ਹੁਣ ਕੌਣ ਬਚਾ ਸਕਦਾ ਹੈ? ਸਾਡੀਆਂ ਅੱਖਾਂ ਪੁੱਠਾ ਸਿੱਧਾ ਹੀ ਵੇਖੀ ਜਾਣ, ਮੰਦੀ ਦ੍ਰਿਸ਼ਟਾ ਨਾਲ ਵੇਖੀ ਜਾਣ, ਕੌਣ ਬਚਾ ਸਕਦਾ ਹੈ? ਸਾਡਾ ਕੰਨ ਬੁਰੇ ਲਫ਼ਜ਼ ਗੰਦਮੰਦ ਹੀ ਸੁਣੀ ਜਾਵੇ, ਕੌਣ ਬਚਾ ਸਕਦਾ ਹੈ? ਸਾਡੀ ਜ਼ਬਾਨ ਬਕਵਾਸ ਹੀ ਕਰੀ ਜਾਵੇ, ਜ਼ਬਾਨ ਨੂੰ ਕੌਣ ਬਚਾ ਸਕਦਾ ਹੈ? ਮਨ ਸਾਡਾ ਗੰਦਮੰਦ ਹੀ ਵੇਖੀ ਜਾਵੇ, ਸਾਰੀ ਦਿਹਾੜੀ ਟੀਵੀ ਦੇ ਵਿੱਚ ਨਾਟਕ ਬਾਟਕ ਹੀ ਵੇਖੀ ਜਾਏ, ਕੌਣ ਬਚਾ ਸਕਦਾ ਹੈ? ਨਾ ਮਾਂ ਨਾ ਪਿਓ। ਇਨ ਤੇ ਰਾਖੇ ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਕੋਈ ਮਿੱਤਰ ਵੀ ਨਹੀਂ ਰੱਖ ਸਕਦਾ ਤੇ ਕੋਈ ਭਾਈ ਭਰਾ ਵੀ ਨਹੀਂ ਰੱਖ ਸਕਦਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਦਰਬ ਸਿਆਣਪ ਨਾਉ ਰਹਤੇ। ਦਰਬ ਸਿਆਣਪ, ਦਰਬ ਕਹਿੰਦੇ ਧਨ ਨੂੰ। ਧਨ ਮਾਇਆ ਦੇ ਨਾਲ ਵੀ ਉਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਨਹੀਂ ਜਾ ਸਕਦਾ। ਤੇ ਬਹੁਤੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਵੀ ਨਹੀਂ ਬਚਿਆ ਜਾ ਸਕਦਾ। ਦਰਬ ਸਿਆਣਪ ਨਾਉ ਰਹਤੇ। ਉਹ ਜਿਹੜੇ ਚੋਰ ਨੇ ਨਾ, ਸਾਡੇ ਕੋਲੋਂ ਧਨ ਪਦਾਰਥ ਦੀ ਵੱਢੀ ਲੈ ਕੇ ਜਾਂ ਸਾਡੀਆਂ ਸਿਆਣਪਾਂ ਦੁਆਰਾ ਵੀ ਸਾਡੇ ਕਾਬੂ ਨਹੀਂ ਆਉਂਦੇ, ਫਿਰ ਉਹ ਕਿਵੇਂ ਕਾਬੂ ਆਉਂਦੇ ਨੇ? ਤੇ ਅਖੀਰ ਵਿੱਚ ਸਤਿਗੁਰੂ ਜੀ ਇਸ ਤੀਜੇ ਬੰਦ ਵਿੱਚ ਕਹਿੰਦੇ ਨੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਭਾਈ ਸਾਧ ਸੰਗਤ ਦੇ ਵਿੱਚ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਸਰੀਰ ਨੂੰ, ਆਤਮਾ ਨੂੰ, ਘਰ ਨੂੰ ਲੁੱਟਣ ਵਾਲੇ ਨੇ ਨਾ, ਇਹ ਸਾਧ ਸੰਗਤ ਵਿੱਚ ਜਾ ਕੇ ਵਸ ਵਿੱਚ ਆਉਂਦੇ ਨੇ। ਸਾਧ ਕੀ ਹੈ? ਸਾਧ ਹੈ ਸਤਿਗੁਰੂ, ਸੰਤ ਹੈ ਸਤਿਗੁਰੂ। ਗੁਰਮੁਖ ਪਿਆਰਿਓ, ਇੱਕ ਗੱਲ ਮੈਂ ਕਰਕੇ ਸਮਾਪਤੀ ਕਰ ਦੇਣੀ ਹੈ। ਸੰਤ ਲਫ਼ਜ਼, ਸਾਧ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਤ ਵੀ ਤੇ ਸਾਧ ਵੀ ਲਫ਼ਜ਼ ਬੜੀ ਵਾਰੀ ਆਇਆ। ਪਰ ਮੈਂ ਜਦੋਂ ਹਿਸਟਰੀ ਨੂੰ ਵੇਖਦਾ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਉਸ ਤੋਂ ਬਾਅਦ ਵੀ ਬੰਦਾ ਬਹਾਦਰ ਸਿੰਘ ਤੱਕ, ਕੋਈ ਸੰਤ ਹੈ ਹੀ ਨਹੀਂ ਸੀ। ਕਿਸੇ ਦੇ ਨਾਲ ਸੰਤ ਲਫ਼ਜ਼ ਲੱਗੇ ਹੀ ਨਹੀਂ। ਭਾਈ ਗੁਰਦਾਸ, ਭਾਈ ਬਿਧੀ ਚੰਦ, ਭਾਈ
ਪੈੜਾ ਮੁਖਾ ਭਾਈ ਬਾਬਾ ਬੁੱਢਾ ਜੀ ਉਹਨਾਂ ਨੂੰ ਬਾਬਾ ਕਹਿ ਦਿੱਤਾ, ਭਾਈ ਲੰਗਾ। ਫਿਰ ਦੂਸਰੇ ਪਾਤਸ਼ਾਹ ਦੇ ਟਾਈਮ ਤੇ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਹੜੇ ਵੀ ਸਿੱਖ ਸੀ ਉਹਨਾਂ ਦੇ ਨਾਲ ਭਾਈ ਤੇ ਲੱਗਦਾ ਰਿਹਾ, ਕਿਸੇ ਦੇ ਨਾਲ ਸੰਤ ਨਹੀਂ ਲੱਗਿਆ। 10ਵੇਂ ਪਾਤਸ਼ਾਹ ਤੱਕ, 10ਵੇਂ ਪਾਤਸ਼ਾਹ ਜੀ ਨੇ ਵੀ ਜਿਸ ਵੇਲੇ ਅੰਮ੍ਰਿਤ ਛਕਾਇਆ ਤੇ ਕਿਸੇ ਨੇ ਸੰਤ ਥੋੜ੍ਹੀ ਲਾਇਆ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਸ਼ਬਦ ਹੀ ਵਰਤੋਂ ਕੀਤੀ ਗਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੇਰੇ ਖਿਆਲ ਕਿਤੇ ਬਹੁਤ ਘੱਟ, ਕਿਤੇ 100 ਦੇ ਵਿੱਚੋਂ ਕਿਤੇ ਇੱਕ ਵਾਰੀ ਕਿਸੇ ਗੁਰਸਿੱਖ ਦੇ ਨਾਲ ਸੰਤ ਲੱਗਿਆ ਹੋਵੇ ਤੇ ਗੱਲ ਵੱਖਰੀ ਹੈ। ਪਰ ਗੁਰੂ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੋਂ ਬਹੁਤ ਸਮਾਂ ਬਾਅਦ ਤੱਕ ਸੰਤ ਸ਼ਬਦ ਨਹੀਂ ਲੱਗਿਆ ਕਿਸੇ ਦੇ ਨਾਲ। ਇਹ ਸੰਤ ਸ਼ਬਦ ਲੱਗਿਆ ਤੇ ਇਹ 19ਵੀਂ ਸਦੀ ਦੇ ਵਿੱਚ, ਜਿਸ ਵੇਲੇ 18ਵੀਂ ਸਦੀ ਦੇ ਵਿੱਚ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਜਿਹੜੇ ਲੋਕ ਖਰੀਦ ਕੇ ਉਹਨਾਂ ਨੂੰ ਸੰਤ ਬਣਾ ਦਿੱਤਾ, ਉਹਨਾਂ ਦੇ ਨਾਲ ਸੰਤ ਲਾ ਦਿੱਤਾ। ਕਈ ਅਸਚਰਜ ਖੇਲ ਵੀ ਉਹਨਾਂ ਦੇ ਨਾਲ, ਕਰਾਮਾਤਾਂ ਵੀ ਜੋੜ ਦਿੱਤੀਆਂ ਤਾਂ ਕਿ ਲੋਕ ਉਹਨਾਂ ਦਾ ਸਤਿਕਾਰ ਮਾਣ ਕਰਨ। ਅੰਗਰੇਜ਼ਾਂ ਨੇ ਬਹੁਤੇ ਲੋਕਾਂ ਨੂੰ ਖਰੀਦ ਕੇ ਇਹ ਨਾਲ ਲਾ ਦਿੱਤਾ। ਤੁਸੀਂ ਵੇਖੋ ਵੀ ਜਿੰਨੇ ਬਹੁਤੇ ਸੰਤ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮਹਾਂਪੁਰਸ਼ ਨੇ, ਪਰ ਸਾਰੇ ਮਹਾਂਪੁਰਸ਼ ਤਕਰੀਬਨ ਫੌਜ ਵਿੱਚੋਂ ਹੀ ਆਏ ਹੋਏ ਨੇ। ਬਾਬਾ ਕਰਮ ਸਿੰਘ ਹੋਤੀ ਮਰਦਾਨ, ਬਾਬਾ ਕਰਮ ਸਿੰਘ ਰਾੜੇ ਵਾਲੇ, ਹੋਰ ਵੀ ਮਹਾਤਮਾ ਜਨ, ਬਾਬਾ ਅਤਰ ਸਿੰਘ, ਇਹ ਸਾਰੇ ਹੀ ਫੌਜ ਦੇ ਵਿੱਚੋਂ ਆਏ ਆ। ਤੇ ਇਹਨਾਂ ਦੇ ਨਾਲ ਇੱਕ ਕਹਾਣੀ ਕਹਿ ਲਓ ਜਾਂ ਸਾਖੀ ਕਹਿ ਲਓ, ਇਹ ਜ਼ਰੂਰ ਜੁੜਦੀ ਹੈ ਵੀ ਬਾਬਾ ਜੀ ਫੌਜ ਦੇ ਵਿੱਚ ਰਹਿੰਦੇ ਸੀ। ਸਵੇਰ ਨੂੰ ਇੱਕ ਦਿਨ ਸਿਮਰਨ ਕਰਨ ਬੈਠੇ, ਸਮਾਧੀ ਲੱਗ ਗਈ, ਆਪਣੀ ਡਿਊਟੀ ਭੁੱਲ ਗਏ ਜਾਣੀ। ਜਿਸ ਵੇਲੇ ਦੂਜੇ ਦਿਨ ਗਏ ਤੇ ਹਾਜ਼ਰੀ ਲੱਗੀ ਵੇਖੀ ਤੇ ਕਹਿੰਦੇ ਕੱਲ੍ਹ ਤੇ ਮੈਂ ਆਇਆ ਨਹੀਂ। ਤੇ ਉਹ ਜਿਹੜੇ ਉੱਥੇ ਮੁਲਾਜ਼ਮ ਸੀ ਕਹਿਣ ਲੱਗਿਆ, ਤੁਹਾਡੀ ਹਾਜ਼ਰੀ ਲੱਗੀ, ਤੁਸੀਂ ਕੱਲ੍ਹ ਆਏ ਸੀ। ਤੇ ਬਾਬਾ ਜੀ ਕਹਿਣ ਲੱਗੇ, ਜਿਹਨੇ ਮੇਰੀ ਜਗ੍ਹਾ ਹਾਜ਼ਰੀ ਦਿੱਤੀ ਹੈ, ਮੇਰੀ ਡਿਊਟੀ ਦਿੱਤੀ, ਹੁਣ ਅਸੀਂ ਉਹਦੀ ਡਿਊਟੀ ਕਰਾਂਗੇ। ਫੌਜ ਛੱਡ ਕੇ ਆ ਗਏ। ਬਸ ਆਹ ਬਹੁਤਿਆਂ ਦੇ ਨਾਲ ਆਹ ਕਹਾਣੀ ਲੱਗਦੀ ਹੈ। ਖਿਮਾ ਕਰਨਾ, ਮੈਂ 2 ਹੱਥ ਜੋੜ ਕੇ ਮੁਆਫੀ ਵੀ ਮੰਗਦਾ, ਮੇਰਾ ਕੋਈ ਨਿੰਦਿਆ ਚੁਗਲੀ ਦਾ ਭਾਵ ਅਰਥ ਨਹੀਂ। ਸੰਤ ਸ਼ਬਦ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੋਂ ਬਾਅਦ ਤੱਕ ਵਰਤਿਆ ਹੀ ਨਹੀਂ ਗਿਆ, ਬਹੁਤ ਘੱਟ ਕਿਤੇ ਵਰਤਿਆ ਗਿਆ। ਸਾਧੂ ਸੰਤ ਬਹੁਤਾ ਜ਼ਿਆਦਾ ਸਤਿਗੁਰੂ ਵਾਸਤੇ ਵਰਤੇ ਗਏ ਨੇ, ਗੁਣਾਂ ਵਾਸਤੇ ਵਰਤੇ ਗਏ ਨੇ। ਹੁਣ ਮੈਂ ਆਪ ਜੀ ਦੇ ਨਾਲ ਇੱਕ ਛੋਟਾ ਜਿਹਾ ਉਦਾਹਰਨਾਂ ਹੀ ਸਾਂਝੀ ਕਰਦਾ। ਇੱਕ ਇਨਸਾਨ ਸ਼ਰਾਬੀ, ਕਬਾਬੀ, ਜੁਆਰੀਆ ਤੇ ਹਰ ਇੱਕ ਦੇ ਨਾਲ ਲੜਨ ਭਿੜਨ ਵਾਲਾ, ਗਾਲੀ ਗਲੋਚ ਹੋਣ ਵਾਲਾ, ਤੂੰ ਮੈਂ ਕਰਨ ਵਾਲਾ, ਤੇ ਲੋਕ ਕਹਿੰਦੇ ਬੰਦਾ ਨਹੀਂ ਇਹ ਤੇ ਦੈਂਤ ਹੈ, ਰਾਖਸ਼ ਹੈ। ਲੋਕ ਕਹਿੰਦੇ ਬੜਾ ਬੁਰਾ ਬੰਦਾ, ਬੰਦਾ ਨਹੀਂ ਇਹ ਰਾਖਸ਼ ਹੈ, ਦੈਂਤ ਹੈ। ਤੇ ਉਹੀ ਇਨਸਾਨ ਆਉਣ ਵਾਲੇ ਸਮੇਂ ਦੇ ਅੰਦਰ ਨਹੀਂ ਸ਼ਰਾਬ ਪੀਂਦਾ, ਨਹੀਂ ਮਾਸ ਖਾਂਦਾ, ਨਹੀਂ ਜੂਆ ਖੇਡਦਾ, ਨਹੀਂ ਕਿਸੇ ਨਾਲ ਗਾਲੀ ਗਲੋਚ ਕਰਦਾ, ਨਹੀਂ ਕਿਸੇ ਨਾਲ ਲੜਦਾ ਭਿੜਦਾ, ਨਹੀਂ ਤੂੰ ਮੈਂ ਕਰਦਾ, ਸਭ ਦੇ ਨਾਲ ਪਿਆਰ ਕਰਦਾ, ਸਾਰਿਆਂ ਦਾ ਦੁੱਖ ਸੁੱਖ ਵੰਡਾਉਂਦਾ, ਸਾਰਿਆਂ ਦੇ ਨਾਲ ਮਿਲ ਕੇ ਰਹਿੰਦਾ, ਸਾਰਿਆਂ ਦੀ ਸੇਵਾ ਕਰਦਾ ਹੈ। ਅਸੀਂ ਕਹਿੰਦੇ ਵੀ ਇਹ ਤੇ ਹੁਣ ਦੇਵਤਾ ਬਣ ਗਿਆ, ਸੰਤ ਬਣ ਗਿਆ, ਸਾਧੂ ਬਣ ਗਿਆ। ਕੋਈ ਉਹਦਾ ਸਾਧੂ ਕੀ ਬਣਿਆ? ਕੰਨ ਬਣੇ, ਨੱਕ ਬਣੇ, ਅੱਖ ਬਣਿਆ, ਕੀ ਬਣਿਆ? ਸਰੀਰ ਤੇ ਉਹੀ ਹੈ, ਨੱਕ ਵੀ ਉਹੀ, ਕੰਨ ਵੀ ਉਹੀ, ਅੱਖਾਂ ਵੀ ਉਹੀ, ਹੱਥ ਵੀ ਉਹੀ, ਜ਼ਬਾਨ ਵੀ ਉਹੀ, ਉਹਦੇ ਵਿਚਾਰ ਬਦਲ ਗਏ, ਗੁਣ
ਅਵਗੁਣ ਛੱਡ ਕੇ ਗੁਣਾਂ ਨੂੰ ਧਾਰਨ ਕਰ ਲਿਆ ਤੇ ਸੰਤ ਬਣ ਗਿਆ, ਸਾਧ ਬਣ ਗਿਆ। ਇਹਦਾ ਮਤਲਬ ਫਿਰ ਗੁਣ ਹੀ ਸਾਧੂ ਹਨ, ਗੁਣ ਹੀ ਸੰਤ ਹਨ। ਗੁਣਾਂ ਦੀ ਸੰਗਤ ਕਰਕੇ ਇਹ ਦੁਸ਼ਟ ਜਿਹੜੇ ਨੇ ਵਸ ਦੇ ਵਿੱਚ ਆਉਂਦੇ ਨੇ। ਗੁਣਾਂ ਤੋਂ ਭਾਵ ਗਿਆਨ ਦੀ ਪ੍ਰਾਪਤੀ ਕਰਕੇ ਇਹ ਇਨਸਾਨ ਗਿਆਨਵਾਨ ਹੋ ਕੇ ਗਿਆਨ ਦੇ ਅਧੀਨ ਚੱਲ ਕੇ ਫਿਰ ਇਹ ਪੰਜਾਂ ਦੁਸ਼ਟਾਂ ਦੇ ਕੋਲੋਂ ਬਚ ਸਕਦਾ ਹੈ। ਨਹੀਂ ਤੇ ਅਗਿਆਨ ਵਸ ਹੋ ਕੇ, ਅਗਿਆਨਤਾ ਦੇ ਅਧੀਨ ਹੋ ਕੇ ਇਹ ਆਪਣੇ ਜੀਵਨ ਨੂੰ ਨਿਸਫਲ ਗਵਾ ਲੈਂਦਾ ਹੈ। ਸੋ ਗੁਰਮੁਖ ਪਿਆਰਿਓ, ਇਸ ਸੰਸਾਰ ਦੇ ਉੱਤੇ ਤੁਰਿਆ ਫਿਰਦਾ, ਖਾਂਦਾ ਪੀਂਦਾ, ਗੱਲਬਾਤ ਕਰਦਾ, ਕੰਮਕਾਰ ਕਰਦਾ ਇਨਸਾਨ ਸੁੱਤਾ ਪਿਆ, ਪਰਮੇਸ਼ਵਰ ਵੱਲੋਂ ਭੁੱਲਿਆ ਹੋਇਆ। ਅੱਖਾਂ ਦਾ ਕੰਮ ਕਿ ਰੱਬ ਨੂੰ ਸਾਰੇ ਵੇਖਣਾ ਜਰਰੇ ਜਰਰੇ ਦੇ ਅੰਦਰ। ਅੱਖਾਂ ਦਾ ਕੰਮ ਨਹੀਂ ਸੀ ਮੰਦੀ ਦ੍ਰਿਸ਼ਟੀ ਦੇ ਨਾਲ ਵੇਖਣਾ। ਕੰਨਾਂ ਦਾ ਕੰਮ ਨਹੀਂ ਸੀ ਊਲ ਜਲੂਲ ਸੁਣਨਾ, ਗੰਦੇ ਮੰਦੇ ਲਫ਼ਜ਼ ਸੁਣਨੇ। ਕੰਨਾਂ ਦਾ ਕੰਮ ਸੀ ਨਿਰੰਕਾਰ ਦੀ ਸਿਫਤ ਸਲਾਹ ਸੁਣਨਾ, ਤੇ ਰਸਨਾ ਦਾ ਕੰਮ ਸੀ ਇਸ ਦੇ ਨਾਲ ਰੱਬ ਰੱਬ ਕਰਨਾ, ਸ਼ਬਦ ਕੀਰਤਨ ਗਾਇਨ ਕਰਨਾ, ਕਥਾ ਕੀਰਤਨ ਗਾਇਨ ਕਰਨਾ, ਰੱਬ ਦਾ ਜਸ ਕਰਨਾ। ਰਸਨਾ ਦਾ ਕੰਮ ਨਹੀਂ ਸੀ ਵੀ ਮਾੜੇ ਚੰਗੇ ਗੀਤ ਗਾਉਂਦੀ ਜ਼ਬਾਨ। ਮਨ ਦਾ ਕੰਮ ਨਹੀਂ ਸੀ ਇਹ ਦੁਨੀਆ ਦੇ ਖੇਲ ਤਮਾਸ਼ਿਆਂ ਦੇ ਵਿੱਚ ਹੀ ਰੁੱਝਿਆ ਰਹਿੰਦਾ। ਮਨ ਦਾ ਕੰਮ ਸੀ ਪਰਮੇਸ਼ਵਰ ਨੂੰ ਸਰਬ ਵਿਆਪਕ ਜਾਣ ਕੇ ਉਸ ਦੇ ਨਾਲ ਜੁੜ ਰਹਿੰਦਾ। ਇਹ ਜੀਵ ਦੇ ਇੰਦਰੇ ਆਪਣੇ ਸਹੀ ਕਰਮ ਤੋਂ ਟੁੱਟ ਕੇ ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਲਿਆ। ਸੋ ਗੁਰਮੁਖ ਪਿਆਰਿਓ, ਗੁਣਾਂ ਦੀ ਸੰਗਤ, ਸਤਿਗੁਰੂ ਦੀ ਸੰਗਤ, ਬਾਣੀ ਦੀ ਸੰਗਤ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਹੁਣ ਕਿਵੇਂ ਬਣਿਆ ਜਾਵੇਗਾ? ਸਤਿਗੁਰੂ ਦੀ ਬਾਣੀ ਸਤ ਸਰੂਪ ਹੈ। ਇੱਕ ਇੱਕ ਲਫ਼ਜ਼ ਸਤਿਗੁਰੂ ਦਾ ਸੱਚ ਹੈ, ਸਦਾ ਰਹਿਣ ਵਾਲਾ, ਅਟਲ ਹੈ। ਇਸ ਤੇ ਉੱਪਰ ਨਹੀਂ ਵਿਚਾਰ। ਗੁਰੂ ਕੇ ਸ਼ਬਦਾਂ ਦੇ ਉੱਪਰੋਂ ਹੋਰ ਕੋਈ ਵਿਚਾਰ ਹੋ ਨਹੀਂ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀਏ ਗੁਰ ਸਿਖਾ, ਗੁਰਬਾਣੀ ਬਣ ਜਾ। ਗੁਰਬਾਣੀ ਕਿਵੇਂ ਬਣੇਗਾ? ਤੇਰੇ ਜੀਵਨ ਦੇ ਵਿੱਚੋਂ ਗੁਰਬਾਣੀ ਦੀਆਂ ਝਲਕਾਂ ਮਿਲਣ। ਤੇਰੇ ਜੀਵਨ ਦੇ ਅੰਦਰੋਂ ਜੋ ਗੁਰਬਾਣੀ ਕਹਿੰਦੀ ਹੈ ਸੱਚ ਬੋਲਣਾ, ਝੂਠ ਨਹੀਂ ਬੋਲਣਾ। ਗੁਰਬਾਣੀ ਕਹਿੰਦੀ ਸੱਤ ਨਾਲ ਜੁੜਨਾ, ਅਸੱਤ ਦਾ ਤਿਆਗ ਕਰਨਾ। ਬਾਣੀ ਕਹਿੰਦੀ ਸੰਤੋਖ ਰੱਖਣਾ, ਬੇਸੰਤੋਖਾ ਨਹੀਂ ਹੋਣਾ। ਬਾਣੀ ਕਹਿੰਦੀ ਇਹ ਬ੍ਰਹਿਮੰਡ ਪਰਮੇਸ਼ਵਰ ਦਾ ਰੂਪ ਹੈ। ਬਾਣੀ ਕਹਿੰਦੀ ਇਸ ਮਨੁੱਖਤਾ ਦੀ ਸੇਵਾ ਕਰਨੀ ਹੈ। ਬਾਣੀ ਕਹਿੰਦੀ ਹੈ ਨਾਮਦਾਨ ਇਸ਼ਨਾਨ ਦੇ ਨਾਲ ਜੁੜਨਾ ਹੈ। ਇਹ ਬਾਣੀ ਕਹਿੰਦੀ ਜਦੋਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਜੁੜ ਜਾਵਾਂਗੇ, ਸੱਤ ਨਾਲ ਜੁੜ ਜਾਵਾਂਗੇ, ਸੱਚ ਨਾਲ ਜੁੜ ਜਾਵਾਂਗੇ, ਸੰਤੋਖ ਨਾਲ ਜੁੜ ਜਾਵਾਂਗੇ, ਸੇਵਾ ਨਾਲ ਜੁੜ ਜਾਵਾਂਗੇ, ਸਿਮਰਨ ਨਾਲ ਜੁੜ ਜਾਵਾਂਗੇ, ਤੇ ਸਾਡੇ ਜੀਵਨ ਵਿੱਚੋਂ ਇਹ ਚੀਜ਼ਾਂ ਦਿਸਣਗੀਆਂ ਤੇ ਅਸੀਂ ਗੁਰਬਾਣੀ ਬਣ ਗਏ। ਬਸ ਗੁਰਬਾਣੀ ਬਣਨਾ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਦੇਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।